ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਬਦਾ ਅਵਤਾਰ ਸ਼ਾਂਤੀ ਦੇ ਪੁੰਜ ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜੀ ਸਰਬੱਤ ਸੰਗਤ ਮਾਤਾ। ਆਓ ਸਾਰੇ ਰਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰ ਚਿੱਤ ਹੋ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ ਹੈ। ਵਾਹਿਗੁਰੂ ਜੀ ਬਿਲਾਵਲ ਮਹਲਾ ਪਹਿਲਾ। ਸ਼ੰਤ ਦੱਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੁੰਦ ਨਵੇਲੜੀਆ ਗੋਇਲ ਆਈ ਰਾਮ। ਮਟਕੀ ਡਾਰ ਧਰੀ ਹਰ ਲਿਬਲਾਈ ਰਾਮ। ਮੁੰਦ ਨਵੇਲੜੀਆ ਗੋਇਲ ਆਈ ਰਾਮ। ਮਟਕੀ ਡਾਰ ਧਰੀ ਹਰ ਲਿਬਲਾਈ ਰਾਮ। ਲਿਬਲਾਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸਿੰਗਾਰੀਆ। ਕਰ ਜੋੜ ਗੁਰ ਪਹਿ ਕਰ ਬਿਨੰਤੀ ਮਿਲੋ ਸਾਚ ਪਿਆਰੀਆ। ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ। ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ। ਸਚ ਨਵੇਲੜੀਏ ਜੋਵਨ ਬਾਲੀ ਰਾਮ। ਆਓ ਨਾ ਜਾਓ ਕਹੀ ਆਪਣੇ ਸਹਿ ਨਾਲੀ ਰਾਮ। ਨਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੈ। ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੇ। ਰਾਮ ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ। ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰਿਆ। ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ
ਚਰਨ ਕਮਲਾਂ ਵਿਖੇ ਬਿਰਾਜਮਾਨ, ਸੁਸ਼ੋਭਤ ਸੁਭਾਇਮਾਨ, ਸਤਿਕਾਰਯੋਗ ਸਰਬੱਤ ਸੰਗਤ ਮਾਇਆ। ਇਹ ਪਾਵਨ ਪਵਿੱਤਰ ਬਾਣੀ ਜੋ ਹੁਣੇ ਹੀ ਪੜ੍ਹੀ ਗਈ ਹੈ ਤੇ ਆਪ ਸਾਰਿਆਂ ਨੇ ਬਹੁਤ ਹੀ ਧਿਆਨ ਦੇ ਨਾਲ ਇਸ ਬਾਣੀ ਨੂੰ ਸਰਵਣ ਕੀਤਾ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਿਲਾਵਲ ਮਹੱਲਾ ਪਹਿਲਾ, ਸ਼ੰਤ ਦੱਖਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਸਰਲੇਖ ਹੇਠ ਰਾਗ ਬਿਲਾਵਲ ਦੇ ਵਿੱਚ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਬਾਣੀ ਦਾ ਨਾਮ ਹੈ ਸ਼ੰਤ ਦੱਖਣੀ। ਤੇ ਅੱਗੇ ਲਿਖਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜਿਹੜਾ ਸ਼ੰਤ ਅਤੇ ਦੱਖਣੀ ਲਿਖਿਆ ਹੋਇਆ ਹੈ, ਸ਼ੰਤ ਤੋਂ ਭਾਵ ਹੈ ਕਿ ਇਹ ਬਾਣੀ ਜਿਹੜੀ ਹੈ ਨਾ, ਸ਼ੰਤ ਕਾਵਿਆ ਦੀ ਇੱਕ ਵੰਨਗੀ ਹੈ। ਜਿਵੇਂ ਦੋਹਰਾ ਹੈ, ਸ਼ਲੋਕ ਹੈ, ਅਸ਼ਟਪਦੀ ਹੈ, ਪੌੜੀ ਹੈ। ਇਸੇ ਪ੍ਰਕਾਰ ਹੀ ਕਾਵਿਆ ਦੀ ਇੱਕ, ਪੋਇਟਰੀ ਦੀ ਇੱਕ ਵੰਨਗੀ ਹੈ ਸ਼ੰਤ। ਤੇ ਨਾਲ ਲਿਖਿਆ ਹੈ ਦੱਖਣੀ। ਦੱਖਣੀ ਤੋਂ ਇਹ ਭਾਵ ਬਣਦਾ ਹੈ ਕਿ ਇਹ ਜਿਹੜੀ ਬਿਲਾਵਲ ਸ਼ੰਤ ਹੈ, ਇਹ ਰਾਗਣੀ ਹੈ। ਇਹ ਰਾਗਣੀ ਤੇ ਆਮ ਤੌਰ ਤੇ ਭਾਰਤ ਦੇ ਦੱਖਣੀ ਹਿੱਸੇ ਵਿੱਚ ਇਸ ਨੂੰ ਗਾਇਨ ਕੀਤਾ ਜਾਂਦਾ ਹੈ। ਦੱਖਣੀ ਹਿੱਸੇ ਵਿੱਚ ਪ੍ਰਚਲਿਤ ਹੈ। ਕਈ ਇਸ ਤਰ੍ਹਾਂ ਹੁੰਦਾ ਹੈ ਕਿ ਬਹੁਤੇ ਗੀਤ ਸਾਡੇ ਪੁਆਧ ਵਿੱਚ ਗਾਏ ਜਾਂਦੇ ਹਨ, ਬਹੁਤੇ ਨਹੀਂ ਗਾਏ ਜਾਂਦੇ। ਤੇ ਮਾਝੇ ਦੇ ਵਿੱਚ ਕੁਝ ਹੋਰ ਤਰ੍ਹਾਂ ਦੇ ਨਾਲ ਗਾਏ ਜਾਂਦੇ ਹਨ, ਤੇ ਮਾਲਵੇ ਵਿੱਚ ਕੁਝ ਹੋਰ ਢੰਗ ਨਾਲ ਗਾਏ ਜਾਂਦੇ ਹਨ, ਤੇ ਦੁਆਬੇ ਵਿੱਚ ਕੋਈ ਹੋਰ ਢੰਗ ਨਾਲ ਗਾਏ। ਗਾਉਣ ਦਾ ਵੱਖਰਾ ਵੱਖਰਾ ਅੰਦਾਜ਼ ਹੈ। ਤੇ ਦੱਖਣ ਦੇ ਵਿੱਚ ਜਿਹੜਾ ਛੰਦ ਗਾਏ ਜਾਂਦੇ ਹਨ ਉਹਦਾ ਵੱਖਰਾ ਅੰਦਾਜ਼ ਹੈ। ਰਾਗ ਬਿਲਾਵਲ ਹੀ ਹੈ, ਪਰ ਗਾਉਣ ਦਾ ਜਿਹੜਾ ਅੰਦਾਜ਼ ਹੈ ਉਹ ਵੱਖਰਾ। ਅੱਗੇ ਲਿਖਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਨਵੀਂ ਬਾਣੀ ਸ਼ੁਰੂ ਹੋਣ ਲੱਗੀ ਹੈ, ਸ਼ੰਤ ਦੱਖਣੀ। ਇਸ ਕਰਕੇ ਸਾਰਿਆਂ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਸੰਖੇਪ ਦੇ ਵਿੱਚ ਮੂਲ ਮੰਤਰ ਲਿਖਿਆ ਹੈ, ਅੰਕਿਤ ਕੀਤਾ ਹੈ, ਮੰਗਲਾਚਰਨ ਦੇ ਤੌਰ ਤੇ ਗਾਈਡਲਾਈਨ ਦੇ ਤੌਰ ਤੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਈ ਰੱਬ ਇੱਕ ਹੈ। ਤੇ ਉਹ ਸੱਚ ਹੈ ਹਮੇਸ਼ਾ। ਹਮੇਸ਼ਾ ਹੀ ਪੂਰਾ ਹੈ। ਪਹਿਲਾਂ ਵੀ ਸੱਚ ਸੀ,
ਵੀ ਸੱਚ ਹੈ ਤੇ ਕੱਲ ਨੂੰ ਵੀ ਸੱਚ ਹੀ ਰਹੇਗਾ। ਮਿਲਦਾ ਹੈ ਗੁਰੂ ਦੀ ਕਿਰਪਾ ਦੇ ਨਾਲ। ਇਹ ਇੱਕ ਪ੍ਰਣਾਲੀ ਬਣੀ ਹੋਈ ਹੈ, ਇਹ ਪ੍ਰੋਸੀਜਰ ਹੈ ਇੱਕ ਪਰਮਾਤਮਾ ਨੂੰ ਮਿਲਣ ਦਾ। ਅੱਜ ਦੇ ਇਸ ਸ਼ਬਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਹਨ, ਕੀ ਫਰਮਾਨ ਕਰ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਗੁਰਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਤੇ ਨਾਲੇ ਗੁਰਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਜਿੰਨੀ ਕੁ ਤੁਛ ਬੁੱਧੀ ਹੈ, ਪਰਮਾਤਮਾ ਨੇ ਅਕਲ ਦਿੱਤੀ ਹੋਈ ਮੱਤ, ਉਸ ਮੱਤ ਦੇ ਹਿਸਾਬ ਦੇ ਨਾਲ ਆਪਾਂ ਨੇ ਇਸ ਗੁਰਬਾਣੀ ਦੀ ਵਿਚਾਰ ਸਾਂਝੀ ਕਰਨੀ ਹੈ। ਫਰਮਾਇਆ ਹੈ, ਮੁੰਦ ਨਵੇਲੜੀਆ ਗੋਇਲ ਆਈ ਰਾਮ। ਇਹ ਸਾਰੇ ਸ਼ਬਦ ਬੜੇ ਔਖੇ ਔਖੇ ਜਿਹੇ ਹੈ। ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਨਾ, ਤਾਂ ਉਹ ਬੜੀ ਸਰਲ ਲੱਗਦੀ ਹੈ। ਜਦੋਂ ਰਹਿਰਾਸ ਦਾ ਪਾਠ ਕਰਦੇ ਹਾਂ, ਉਹ ਵੀ ਬੜੀ ਸਰਲ ਜਿਹੀ, ਪਰ ਇਹ ਸ਼ਬਦ ਬੜਾ ਔਖਾ ਲੱਗਿਆ, ਕਿਉਂਕਿ ਇਹੋ ਜਿਹੇ ਸ਼ਬਦ ਲਿਖੇ ਹੋਏ ਹਨ ਜਿਹੜੇ ਸਾਡੀ ਬੋਲੀ ਵਿੱਚ ਬੋਲੇ ਹੀ ਨਹੀਂ ਜਾਂਦੇ। ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਆਪਣੀ ਬੋਲੀ ਦੇ ਵਿੱਚ ਢਾਲਣ ਦਾ ਯਤਨ ਕਰੀਏ ਸਮਝਣ ਦੇ ਵਾਸਤੇ। ਫਰਮਾਨ ਹੈ, ਮੁੰਦ ਨਮੇਲੜੀਆ ਗੋਇਲ ਆਈ ਰਾਮ। ਮੁੰਦ ਮੰਮੇ ਨੂੰ ਔਂਕੜ, ਉੱਪਰ ਟਿੱਪੀ ਤੇ ਧੱਦਾ, ਮੁੰਦ। ਗੁਰਬਾਣੀ ਵਿੱਚ ਜਿੱਥੇ ਮੁੰਦ ਲਿਖਿਆ ਹੋਇਆ ਹੈ ਨਾ, ਇਸ ਤੋਂ ਭਾਵ ਹੈ ਕਿ ਜਵਾਨ ਇਸਤਰੀ, ਨਵੀਂ ਨਵੇਲੀ। ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਨਵੀਂ ਵਿਆਹੰਦੜ ਹੈ, ਨਵਾਂ ਨਵਾਂ ਵਿਆਹ ਹੋਇਆ ਹੈ ਇਹਦਾ, ਨਵੀਂ ਨਵੀਂ ਬਹੂ ਆਈ ਹੈ। ਕਿੱਥੇ ਆਈ ਹੈ? ਗੋਇਲ ਆਈ ਰਾਮ। ਗੋਇਲ, ਗੋਇਲ ਦੇ ਵਿੱਚ ਆਈ ਹੈ। ਗੋਇਲ ਕੀ ਚੀਜ਼ ਹੈ? ਗੋਇਲ ਇੱਕ ਤਾਂ ਬਾਣੀਆਂ ਦਾ ਗੋਤ ਹੈ, ਅਸੀਂ ਕਹਿੰਦੇ ਗੋਇਲ ਸਾਹਿਬ ਹੈ, ਤੇ ਇੱਥੇ ਅਰਥ ਹੈ। ਸਮਝਣ ਦੇ ਲਈ ਇੱਕ ਗੱਲ ਹੋਰ ਆਪਾਂ ਕਰ ਲਈਏ, ਬਈ ਆਪਣੇ ਪਿੰਡ ਵਿੱਚ ਨਾ ਇੱਧਰਲੇ ਪਾਸੇ ਗੋਲੀਏ ਰਹਿੰਦੇ ਹਨ। ਉਹ ਕੌਣ ਹਨ? ਗਵਾਲੇ, ਗਊਆਂ ਚਾਰਨ ਵਾਲੇ। ਉਹਨਾਂ ਨੂੰ ਅਸੀਂ ਪਹਿਲਾਂ ਗੋਲੀਏ ਕਹਿੰਦੇ ਹੁੰਦੇ ਸੀ। ਗੁੱਜਰ ਆਏ ਹੋਏ ਹਨ, ਗੁੱਜਰ। ਵਿਗੜਿਆ ਹੋਇਆ ਲਫ਼ਜ਼ ਹੈ, ਪਰ ਅਸਲੀ ਹੈ ਗਊਚਰ, ਗਊਆਂ ਨੂੰ ਚਾਰਨ ਵਾਲੇ। ਗਊਆਂ ਨੂੰ ਚਾਰਨ ਵਾਲਿਆਂ ਨੇ ਆਪਣਾ ਡੇਰਾ ਲਾਇਆ ਹੋਇਆ ਹੈ ਪਾਰ ਖੱਦਰ ਦੇ ਵਿੱਚ। ਉੱਥੇ ਉਹਨਾਂ ਨੇ ਆਪਣੀਆਂ ਝੁੱਗੀਆਂ ਬਣਾ ਕੇ ਨਾ ਉੱਥੇ ਹੀ ਰਹਿ ਰਹੇ ਨੇ। ਉਹਨਾਂ ਨੇ ਆਪਣਾ ਸਾਰਾ ਨਗਰ ਵਸਾ ਲਿਆ, ਪਿੰਡ ਵਸਾ ਲਿਆ, ਉੱਥੇ ਹੀ ਰਹਿੰਦੇ ਹਨ। ਕਿੱਥੇ ਰਹਿੰਦੇ ਹਨ? ਜਿੱਥੇ ਗਊ ਚਰਾਂਦ ਹੈ। ਸਾਡੇ ਪਿੰਡ ਦੀ ਗਊ ਚਰਾਂਦ ਬੜੀ ਮਸ਼ਹੂਰ ਹੈ। ਜਿਹੜੇ ਜ਼ਮੀਨ ਦਾ ਗਿਆਨ ਰੱਖਦੇ ਹਨ ਨਾ, ਉਹਨਾਂ ਨੂੰ ਪਤਾ ਹੈ ਕਿ ਸਾਡੇ ਪਿੰਡ ਦੀ ਜਿਹੜੀ ਗਊ ਚਰਾਂਦ ਹੈ, ਇਹਦਾ ਬੜਾ ਪੰਗਾ ਪਿਆ ਹੋਇਆ ਹੈ।
ਐਨੀ ਗਊ ਚਰਾਂਦ ਕਿਸੇ ਵੀ ਪਿੰਡ ਵਿੱਚ ਨਹੀਂ ਛੱਡੀ ਹੋਈ। 350 ਕਿੱਲਾ ਗਊ ਚਰਾਂਦ ਦਾ ਛੱਡ। ਭਈ ਪੁਰਾਣੇ ਬਜ਼ੁਰਗ ਸਮਝਦੇ ਹੁੰਦੇ ਸੀ ਭਈ ਇੱਥੇ ਸਾਡੀਆਂ ਗਊਆਂ ਚਰਿਆ ਕਰਨਗੀਆਂ, ਮੱਝਾਂ ਚਰਿਆ ਕਰਨਗੀਆਂ, ਇੱਥੇ ਘਾਹ ਕੰਡਾ ਬਹੁਤ ਹੁੰਦਾ ਹੈ, ਬਈ ਆਰਾਮ ਦੇ ਨਾਲ ਅਸੀਂ ਆਪਣੀਆਂ ਗਊਆਂ ਤੇ ਆਪਣੀਆਂ ਮੱਝਾਂ ਚਰਾਇਆ ਕਰਾਂਗੇ। ਪਹਿਲਾਂ ਹੁੰਦਾ ਵੀ ਇਸੇ ਤਰ੍ਹਾਂ ਸੀ। ਚੌਣਾ ਜਾਣਦਾ ਹੁੰਦਾ ਸੀ ਚੁਗਣ ਵਾਸਤੇ ਸਾਰੇ ਪਿੰਡ ਦੇ ਡੰਗਰ। ਕਿਸੇ ਦੇ 5 ਡੰਗਰ ਹਨ, ਕਿਸੇ ਦੇ 7 ਡੰਗਰ ਹਨ, ਕਿਸੇ ਦੇ 10 ਡੰਗਰ ਹਨ, ਤੇ ਕਈਆਂ ਨੇ ਡੰਗਰ ਚਗਾਉਣ ਵਾਲਾ ਬੰਦਾ ਰੱਖਿਆ। ਸਾਡੇ ਪਿੰਡ ਦਾ ਰੰਗੂ ਬੜਾ ਮਸ਼ਹੂਰ ਹੁੰਦਾ ਸੀ, ਜੋਗਿੰਦਰ ਸਿੰਘ ਸਰਪੰਚ ਦਾ ਬਾਬਾ। 200 300 ਗਊਆਂ ਤੇ ਮੱਝਾਂ ਨੂੰ ਇਕੱਠੀ ਚੌਣਾ ਚਗਾਉਣ ਵਾਸਤੇ ਗਊ ਚਰਾਉਣ ਵਿੱਚ। ਹੁਣ ਤਾਂ ਇਹ ਸਾਰੀਆਂ ਹੀ ਗੱਲਾਂ ਇੱਕ ਸੁਪਨਾ ਬਣ ਕੇ ਰਹਿ ਗਈਆਂ। ਨਾ ਗਊਆਂ, ਨਾ ਮੱਝਾਂ, ਨਾ ਚਰਾਂਦਾਂ ਤੇ ਨਾ ਚਰਾਉਣ ਵਾਲੇ। ਦੁੱਧ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਮੱਝ ਦਾ ਸਾਨੂੰ ਪਿਓਰ ਦੁੱਧ ਮਿਲੇ, ਪਰ ਮੱਝ ਰੱਖਣ ਵਾਸਤੇ ਕੋਈ ਵੀ ਤਿਆਰ ਨਹੀਂ ਹੈ, ਗੋਹਾ ਚੱਕਣ ਵਾਸਤੇ ਕੋਈ ਵੀ ਤਿਆਰ ਨਹੀਂ। ਇੱਥੇ ਗੱਲ ਚੱਲ ਰਹੀ ਹੈ ਗੋਇਲ ਦੀ। ਉਹ ਥਾਂ ਜਿੱਥੇ ਗੋਲੀਏ ਆ ਕੇ, ਗਵਾਲੇ ਆ ਕੇ ਡੇਰਾ ਲਾਇਆ ਹੋਇਆ ਹੈ, ਗਊ ਚਰਾਨ ਦੇ ਵਿੱਚ, ਚਰਗਾਹ ਦੇ ਵਿੱਚ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖੋ ਮਿਸਾਲ ਕਿੰਨੀ ਵਧੀਆ ਸਾਡੇ ਲਈ ਦਿੱਤੀ ਹੈ। ਕਹਿੰਦੇ ਇਹ ਸਾਰਾ ਸੰਸਾਰ ਜਿਹੜਾ ਹੈ ਨਾ ਗਊ ਚਰਾਂਦ ਹੀ ਹੈ। ਇਹ ਸਾਰਾ ਸੰਸਾਰ ਜਿਹੜਾ ਹੈ ਨਾ, ਸਾਰੀ ਧਰਤੀ ਜਿਹੜੀ ਹੈ ਗਊ ਚਰਾਂਦ ਹੀ ਹੈ। ਇਹਦੇ ਵਿੱਚ ਪਸ਼ੂ ਘੁੰਮ ਰਹੇ ਹਨ, ਪਸ਼ੂ ਆ ਰਹੇ ਹਨ, ਪਸ਼ੂ ਜਾ ਰਹੇ ਹਨ, ਪਸ਼ੂ ਚੁਗ ਰਹੇ, ਗੋਲੀਏ ਵੀ ਹਨ, ਗਵਾਲੇ। ਤੇ ਗਵਾਲਿਆਂ ਦੀ ਜਿਹੜੀਆਂ ਘਰ ਵਾਲੀਆਂ ਹਨ ਉਹ ਵੀ ਨਾਲ ਹੀ ਹਨ। ਗਵਾਲਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਢੰਗ ਨਾਲ ਸਮਝਾ ਰਹੇ ਹਨ। ਕਹਿੰਦੇ ਭਈ ਦੇਖੋ, ਨਵੀਂ ਨਵੇਲੀ ਨੌਜਵਾਨ ਗਵਾਲਣ ਇਸ ਚਰਗਾਹ ਦੇ ਵਿੱਚ, ਇਸ ਗੋਲ ਵਿੱਚ ਆਈ ਹੈ। ਕਿਸੇ ਦਾ ਨਵਾਂ ਵਿਆਹ ਹੋਇਆ ਹੋਣਾ, ਨਵੀਂ ਬਹੂ ਆਈ ਹੈ। ਅਸਲ ਦੇ ਵਿੱਚ ਗੁਰੂ ਜੀ ਤਾਂ ਹੋਰ ਗੱਲ ਕਰ ਰਹੇ ਹਨ। ਕਹਿੰਦੇ ਭਈ ਇਹ ਜਿਹੜੀ ਜੀਵ ਇਸਤਰੀ ਹੈ ਨਾ, ਜੀਵ ਇਸਤਰੀ, ਅਸੀਂ ਤੁਸੀਂ ਸਾਰੇ ਹੀ ਇਸ ਗਊ ਚਰਾਂਦ ਰੂਪੀ ਧਰਤੀ ਤੇ ਆਏ ਹੋਏ ਹਾਂ, ਤੇ ਆਪਣਾ ਨਵੇਂ ਮਟਕੀ ਡਾਰ ਧਰੀ। ਮਟਕੀ ਉਹ ਕੱਚਾ ਭਾਂਡਾ ਜਿਸ ਦੇ ਵਿੱਚ ਦੁੱਧ ਕੱਢਿਆ ਜਾਂਦਾ ਹੈ, ਜਮਾਇਆ ਜਾਂਦਾ ਹੈ, ਲੱਸੀ ਰਿੜਕੀ ਜਾਂਦੀ ਹੈ, ਆਪਾਂ ਚਾਟੀ ਕਹਿੰਦੇ ਹਾਂ, ਮਟਕੀ ਵੀ ਕਿਹਾ ਜਾਂਦਾ। ਇੱਕ ਮੱਟ ਹੁੰਦਾ ਹੈ, ਇੱਕ ਛੋਟੀ ਮਟਕੀ ਹੁੰਦੀ ਹੈ। ਮੱਟ ਵੱਡਾ ਹੁੰਦਾ ਹੈ ਪਾਣੀ ਪਾਉਣ ਨੂੰ, ਤੇ ਮਟਕੀ ਛੋਟੀ। ਮਟਕੀ ਵਿੱਚ ਦੁੱਧ ਹੈ, ਦੁੱਧ ਚੋਣਾ ਪੈਂਦਾ ਹੈ, ਗਰਮ ਕਰਨਾ ਪੈਂਦਾ ਹੈ,
जमाना पैंदा है, दही बनाना पैंदा है, फिर रिड़कना पैंदा है, फिर लस्सी बनती है, फिर मक्खन बनता है, मक्खन तो घ्यो बनता है। कितना बड़ा पंगा है। भाई संसार जिहड़ा है ना, इन्हां धंधियां विच ही उलझिया होया। संसार इन्हां धंधियां विच ही उलझिया होया है। ਜਿਹੜੀ ਜੀਵ ਇਸਤਰੀ ਨੇ ਮਟਕੀ ਨੂੰ ਪਰੇ ਸੁੱਟ ਕੇ, ਇਹਨਾਂ ਜੰਜਾਲਾਂ ਨੂੰ ਪਰੇ ਸੁੱਟ ਕੇ ਪਰਮਾਤਮਾ ਦੇ ਨਾਲ ਲਿਵ ਲਾ ਲਈ। ਇਸ ਤੋਂ ਇਹ ਭਾਵ ਨਹੀਂ ਹੈ ਕਿ ਘਰੇ ਜਾ ਕੇ ਆਪਾਂ ਨੇ ਦੁੱਧ ਦੀ ਮਟਕੀ ਫੋੜ ਦੇਣੀ ਹੈ। ਬਈ ਗੁਰਦੁਆਰੇ ਵਿੱਚ ਕਿਹਾ ਹੈ ਬਈ ਕੋਈ ਕੰਮ ਨਹੀਂ ਕਰਨਾ, बस बैठे वाहगुरू वाहगुरू जपी जाओ। ना इस तरह नहीं है। ये तो एक सानू समझाई है गल। किरत तो पहला करनी है आपाने। जे मझां रखियां हुई हैं, मझां नूं संभालना है, पालना है, पोसना है, पानी पिलाना है, नहलाना है, दुध कढ़ना है, रिड़कना है, गोहा चकना है, सारा कुछ करना है। परंतु लिव परमात्मा दे नाल लगी हुई होवे, हाथ पांव सब काम कर, चीत निरंजन नाल हत्थां पैरां दे नाल काम करने हन, ते चित जिहड़ा है निरंजन नाल परमात्मा दे नाल जोड़ के रखना है। काम छड्ड के भगती नहीं करनी। मतां एवें बहम होवे कि मैं घरे जाके कह दियां मैं तां पाठ कर रहा, उधर ट्रैक्टर लैके जाना है, उधर काम करना है, तो मैं कहते मैं तो पाठ कर रहा, मैं तो सिमरन कर रहा। हाँ जी, बस इस तरह नहीं है। हाथ पांव सब काम कर, चित निरंजन नाल हत्थां पैरां दे नाल काम करना है, ते चित निरंजन दे नाल जोड़ के रखना है, परमात्मा दे नाल जोड़ के रखना है, काम करना है, किरत करनी है। ਕੰਮ ਕਾਰ ਤੋਂ ਡਰਦੇ ਨੇ, ਗਲ ਵਿੱਚ ਪਾ ਲਈ ਮਾਲਾ। ਕੰਮ ਕਾਰ ਤੋਂ ਡਰਦੇ ਨੇ, ਕੰਮ ਕਾਰ ਤੋਂ ਡਰਦੇ ਨੇ, ਗਲ ਵਿੱਚ ਪਾ ਲਈ ਮਾਲਾ। ਜੱਟਾਂ ਦਾ ਪੁੱਤ ਦੇਖੋ ਬਣਿਆ ਬਾਬਾ ਨੂੰਦਰਾਂ ਵਾਲਾ। ਬਾਬਾ ਬਣਿਆ ਹੋਇਆ, ਕੰਮ ਕਾਰ ਤੋਂ ਡਰਦੇ। ਤੇ ਫਿਰ ਲੋਕਾਂ ਦੇ ਘਰੇ ਜਾ ਕੇ ਬੀਬੀਆਂ ਤੋਂ ਮੰਗਦਾ ਹੈ ਦਾਨ। ਕਹਿੰਦੇ ਇੱਕ ਰੇਸ਼ਮੀ ਚੋਲਾ 20 ਗਜ ਦਾ ਅਸੀਂ ਆਪਣੇ ਹੱਥੀ ਸੀ ਲਾਂਗੇ, ਕੀ ਲੈਣਾ ਅਸੀਂ ਸਵਾਦਾਂ ਤੋਂ, ਦੁੱਧ ਸਣੇ ਮਲਾਈ ਪੀ ਲਾਂਗੇ। ਇਸ ਤਰ੍ਹਾਂ ਦਾ ਬਾਬਾ ਬਣ ਗਿਆ। ਭਈ ਗੁਰਬਾਣੀ ਇਹੋ ਜਿਹੇ ਬਾਬਿਆਂ ਛਾਪਿਆਂ ਨੂੰ ਕੋਈ ਇਜਾਜ਼ਤ ਨਹੀਂ ਦਿੰਦੀ। ਗੁਰਬਾਣੀ ਕਹਿੰਦੀ ਹੈ ਕਿਰਤ ਕਰੋ, ਨਾਮ ਜਪੋ, ਹਾਥ ਪਾਓ ਸਭ ਕਾਮ ਕਰ, ਚਿਤ ਨਿਰੰਜਨ ਨਾਮ। ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਹੈ, ਤੇ ਚਿੱਤ ਜਿਹੜਾ ਹੈ ਨਿਰੰਜਨ ਦੇ ਨਾਲ ਜੋੜ ਕੇ ਰੱਖਣਾ ਹੈ, ਪਰਮਾਤਮਾ ਦੇ ਨਾਲ ਲਿਵ ਲਾ ਕੇ ਰੱਖਣੀ ਹੈ। ਤੇ ਇੱਥੇ ਸਤਿਗੁਰੂ ਜੀ ਨੇ ਉਸ ਗਵਾਲਣ ਨੂੰ ਵੀ ਇਹੋ ਹੀ ਸਮਝਾਇਆ, ਜੀਵ ਇਸਤਰੀ ਨੂੰ ਸਮਝਾਇਆ ਹੈ ਕਿ ਤੂੰ ਨਵੀਂ ਨਵੀਂ ਇਸ ਚਰਗਾਹ ਦੇ ਵਿੱਚ ਆਈ ਹੈ, ਗਊ ਚਰਾਨ ਵਿੱਚ ਆਈ ਹੈ, ਇਸ ਗੋਲ ਦੇ ਵਿੱਚ ਆਈ ਹੈ, ਇਸ ਧਰਤੀ ਤੇ ਆਈ ਹੈ। ਤੂੰ ਨਾ ਪਰਮਾਤਮਾ ਦਾ ਨਾਮ ਜਪ, ਤੂੰ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਜੋੜ ਤੇ ਹੱਥਾਂ ਤੇ ਪੈਰਾਂ ਦੇ ਨਾਲ ਕੰਮ। ਲਿਵ ਲਾਏ ਹਰਸਿਓ ਰਹੀ ਗੋਇਲ। ਰਹਿੰਦੀ ਗੋਇਲ ਵਿੱਚ ਹੀ ਹੈ, ਰਹਿੰਦੀ ਗਵਾਲਿਆਂ ਵਿੱਚ ਹੀ ਹੈ, ਰਹਿੰਦੀ ਗਊ ਚਰਾਨ ਵਿੱਚ ਹੀ ਹੈ, ਰਹਿੰਦੀ ਆਪਣੇ ਘਰ ਦੇ ਵਿੱਚ ਹੀ ਹੈ, ਰਹਿੰਦੀ ਸੰਸਾਰ ਦੇ ਵਿੱਚ ਵੀ ਹੀ ਹੈ, ਪਰ ਪਰਮਾਤਮਾ ਦੇ ਨਾਲ ਲਿਵ ਲਾਈ ਹੋਈ ਹੈ। ਤੇ ਗੁਰੂ ਦੇ ਸ਼ਬਦ ਦੇ ਜਰੀਏ ਸਹਿਜ ਦਾ ਸਿੰਗਾਰ ਬਣਾਇਆ ਹੋਇਆ।
ਸਹਿਜ ਦਾ, ਅਡੋਲਤਾ ਦਾ ਸਿੰਗਾਰੀ ਹੋਈ ਹੈ। ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਭਾਈ ਉਹ ਬੰਦੇ ਹੀ ਸੋਹਣੇ ਅਤੇ ਸੁੰਦਰ ਹਨ ਜਿਹੜੇ ਸਾਧ ਸੰਗ ਦੇ ਵਿੱਚ ਆ ਕੇ ਬੈਠਦੇ ਹਨ, ਉਹ ਸੋਹਣੇ। ਤੇ ਫਿਰ ਕਰ ਜੋੜ ਗੁਰ ਪਹਿ ਕਰ ਬਿਨੰਤੀ। ਕਰ ਜੋੜ, ਕੱਕਾ ਰਾਰਾ ਕਰ, ਕੱਕਾ ਰਾਰਾ ਕਰ ਤੋਂ ਭਾਵ ਹੈ ਹੱਥ। ਹੱਥ ਜੋੜ ਕੇ ਗੁਰੂ ਦੇ ਅੱਗੇ ਬੇਨਤੀ ਕਰ। ਕੀ ਬੇਨਤੀ ਕਰ? ਮਿਲੋ, ਐ ਸਤਿਗੁਰੂ ਜੀ ਤੁਸੀਂ ਮੈਨੂੰ ਮਿਲੋ। ਸਾਚ ਪਿਆਰੀਆ, ਤਾਂ ਕਿ ਮੇਰਾ ਸੱਚ ਦੇ ਨਾਲ, ਪਰਮਾਤਮਾ ਦੇ ਨਾਲ ਪਿਆਰ ਲੱਗ ਜਾਏ। ਹੱਥ ਜੋੜ ਕੇ ਬੇਨਤੀ ਕੀਤੀ ਜਾਵੇ ਕਿ ਐ ਸਤਿਗੁਰੂ ਜੀ ਤੁਸੀਂ ਮੈਨੂੰ ਮਿਲੋ ਤਾਂ ਕਿ ਮੇਰਾ ਸੱਚੇ ਪਰਮਾਤਮਾ ਦੇ ਨਾਲ ਪਿਆਰ ਲੱਗ ਜਾਏ। ਧਨ ਪਾਏ ਭਗਤੀ ਦੇਖ ਪ੍ਰੀਤਮ। ਧਨ, ਧੱਦਾ ਨਾ ਧਨ। ਧਨ ਦਾ ਇੱਕ ਅਰਥ ਤਾਂ ਹੁੰਦਾ ਹੈ ਧਨ ਦੌਲਤ, ਤੇ ਇੱਥੇ ਇਹਦਾ ਅਰਥ ਹੈ ਇਸਤਰੀ, ਪਤਨੀ। ਧਨ ਭਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ। ਭਈ ਜਿਹੜੀ ਜੀਵ ਇਸਤਰੀ ਹੈ ਨਾ, ਪ੍ਰੇਮਾ ਭਗਤੀ ਕਰਦੀ ਹੈ ਨਾ ਪਰਮਾਤਮਾ ਦੀ, ਤੇ ਪਰਮਾਤਮਾ ਉਸ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ ਤੇ ਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਸਾਰੇ ਹੀ ਨਿਵਾਰ ਦਿੱਤੇ। ਨਾਨਕ ਮੁੰਦ ਨਮੇਲ ਸੁੰਦਰ, ਦੇਖ ਫਿਰ ਸਾਧਾਰਿਆ। ਨਾਨਕ ਜੀ ਫਰਮਾਨ ਕਰ ਰਹੇ ਨੇ, ਕਹਿੰਦੇ ਉਹ ਜਿਹੜੀ ਜਵਾਨ ਜੀਵ ਇਸਤਰੀ ਨਵੀਂ ਨਵੇਲੀ ਇਸ ਗੋਲ ਦੇ ਵਿੱਚ ਆਈ ਹੈ, ਇਸ ਚਰਗਾਹ ਦੇ ਵਿੱਚ ਆਈ ਹੈ, ਇਸ ਸੰਸਾਰ ਦੇ ਵਿੱਚ ਆਈ ਹੈ, ਉਹ ਪਰਮਾਤਮਾ ਅਤੀ ਸੁੰਦਰ ਹੈ। ਪਰਮਾਤਮਾ ਨੂੰ ਦੇਖ ਕੇ ਉਹ ਧਾਰ ਸਰੂਪ ਬਣ ਗਈ, ਬੁਲੰਦ ਹੌਸਲਾ ਹੋ ਗਿਆ ਪਰਮਾਤਮਾ ਦੇ ਨਾਲ ਰਹਿ ਕੇ, ਪਤੀ ਦੇ ਨਾਲ ਰਹਿ ਕੇ ਬੁਲੰਦ ਹੌਸਲਾ। ਸੱਚ ਨਵੇਲੜੀਏ ਜੋਬਨ ਵਾਲੀ ਰਾਮ। ਸੱਚ ਦੇ ਵਿੱਚ ਲੱਗੀ ਹੋਈ ਨਵੀਂ ਨਵੇਲੜੀ ਅਤੇ ਜਵਾਨ ਕੁੜੀਏ। ਜਵਾਨ ਕੁੜੀਏ, ਇੱਥੇ ਕੁੜੀ ਲਿਖਿਆ ਹੈ, ਬਾਲੀ, ਬਾਲਕੀ, ਬੱਚੀ। ਔਰਤ, ਲੜਕੀ ਅਤੇ ਔਰਤ ਵਿੱਚ ਕੀ ਫਰਕ ਹੈ? ਮੈਰਿਜ ਤੋਂ ਪਹਿਲਾਂ ਲੜਕੀ ਹੈ, ਮੈਰਿਜ ਤੋਂ ਬਾਅਦ ਔਰਤ ਹੈ। ਇੱਥੇ ਮੈਰਿਜ ਤੋਂ ਪਹਿਲਾਂ ਦੀ ਗੱਲ ਹੋ, ਲੜਕੀ, ਬੱਚੀ। आओ ना जाओ कही अपने सह नाली राम। ਉਹ ਪਰਮਾਤਮਾ ਨਾ ਕਿਤੇ ਆਉਂਦਾ ਹੈ ਨਾ ਕਿਤੇ ਜਾਂਦਾ ਹੈ, ਉਹ ਆਉਂਦਾ ਜਾਂਦਾ ਨਹੀਂ ਹੈ, ਉਹ ਤਾਂ ਹਮੇਸ਼ਾ ਹੀ ਮੌਜੂਦ ਹੈ।
ਉਹ ਜਿਹੜੀਆਂ ਜੀਵ ਇਸਤਰੀਆਂ ਉਸ ਪਰਮਾਤਮਾ ਦੇ ਨਾਲ ਰਹਿੰਦੀਆਂ ਹਨ, ਉਹ ਹੋਰ ਪਾਸੇ ਨਾ ਕਿਤੇ ਜਾਂਦੀਆਂ ਹਨ ਨਾ ਕਿਤੇ ਆਉਂਦੀਆਂ ਹਨ, ਉਹਨਾਂ ਨੂੰ ਜਾਣ ਦੀ ਲੋੜ ਨਹੀਂ। ਜਿਹੜੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਗਏ, ਉਹਨਾਂ ਨੂੰ ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਉਹਨਾਂ ਦੇ ਸਾਰੇ ਮਸਲਿਆਂ ਦਾ ਹੱਲ ਜਿਹੜਾ ਹੈ ਉਹ ਗੁਰੂ ਤੋਂ ਹੋਵੇ, ਗੁਰੂ ਤੋਂ ਹੋਵੇ। ਨਾ ਆਪਣੇ ਸੰਗ ਦਾਸੀ, ਨਾ ਇਹ ਲਹਿੰਦੀ ਪੰਜਾਬੀ ਹੈ ਸਾਰੀ, ਜਿਹੜੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਉਧਰ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਇਸ ਕਰਕੇ ਇਹ ਸ਼ਬਦ ਸਾਨੂੰ ਬੜਾ ਔਖਾ ਜਿਹਾ ਲੱਗ ਰਿਹਾ ਹੈ। ਨਾ ਆਪਣੇ ਸੰਗ ਦਾਸੀ, ਨੰਨੇ ਨੂੰ ਕਹਿੰਦਾ ਨਾ, ਨਾ ਤੋਂ ਭਾਵ ਪਤੀ, ਆਪਣੇ ਪਤੀ ਦੇ ਨਾਲ ਦਾਸੀ ਬਣ ਕੇ ਰਹਿੰਦੀ ਹੈ, ਸੇਵਕਾ ਬਣ ਕੇ, ਸੇਵਕਾ ਬਣ ਕੇ ਰਹਿੰਦੀ ਹੈ। ਮੈਂ ਭਗਤ ਹਰ ਕੀ ਭਾਵੇ, ਕਹਿੰਦੀ ਹੈ ਕਿ ਮੈਨੂੰ ਪਰਮਾਤਮਾ ਦੀ ਭਗਤੀ ਬੜੀ ਚੰਗੀ ਲੱਗਦੀ, ਪਰਮਾਤਮਾ ਦੀ ਭਗਤੀ ਪਾਉਂਦੀ ਹੈ। ਅਗਾਧ ਬੋਧ ਅਕਥ ਕਥੀਆ, ਅਗਾਧ ਬਹੁਤ ਡੂੰਘਾ, ਬੋਧ ਭਰਪੂਰ, ਕਥਨ ਤੋਂ ਪਰੇ, ਉਸ ਨੂੰ ਕਥਨਾ ਚਾਹੀਦਾ ਹੈ, ਉਸ ਨੂੰ ਸਿਮਰਨਾ ਚਾਹੀਦਾ ਹੈ, ਅਡੋਲਤਾ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ। ਅਗਾਧ ਬੋਧ ਅਕਥ ਕਥੀਆ, ਸਹਿਜ ਪ੍ਰਭ ਗੁਣ ਗਾਵੇ। ਰਾਮ ਨਾਮ ਰਸਾਲ ਰਸੀਆ, ਰਾਮ ਦਾ ਜਿਹੜਾ ਨਾਮ ਹੈ ਨਾ, ਰਸਾਂ ਦਾ ਘਰ ਹੈ, ਰਸਾਂ ਦਾ ਘਰ, ਰਸਾਂ ਦਾ ਘਰ ਹੈ। ਨਾਮ ਦੇ ਵਿੱਚ ਸਾਰੇ ਹੀ ਰਸ ਹਨ। ਰਸ ਬੜੇ ਪ੍ਰਕਾਰ ਦੇ ਹਨ। ਇੱਕ ਤਾਂ ਇਹ ਜੂਸ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਵਿੱਚ, ਇਹਨੂੰ ਵੀ ਰਸ ਕਿਹਾ ਜਾਂਦਾ, ਗੰਨੇ ਦਾ ਰਸ, ਮੌਸਮੀ ਦਾ ਰਸ, ਨਿੰਬੂ ਦਾ ਰਸ, ਇਹ ਰਸ ਹੋ ਗਏ। ਇੱਕ ਜ਼ਬਾਨ ਦਾ ਰਸ ਹੁੰਦਾ ਹੈ, ਜ਼ਬਾਨ ਦਾ ਰਸ। ਕਈਆਂ ਦੀ ਜ਼ਬਾਨ ਮੇਰੇ ਵਰਗਿਆਂ ਦੀ ਫਿੱਕੀ ਹੁੰਦੀ ਹੈ, ਕੌੜੀ ਹੁੰਦੀ ਹੈ, ਤੇ ਕਈਆਂ ਦੀ ਜ਼ਬਾਨ ਮਿੱਠੀ ਹੁੰਦੀ ਹੈ। ਜ਼ਬਾਨ ਦਾ ਰਸ। ਤੇ ਇੱਕ ਹੈ ਕਾਵਿਆ ਰਸ। ਕਾਵਿਆ ਦੇ 9 ਰਸ ਹਨ, 9 ਰਸ। ਜੀਭ ਦੇ ਖੱਟ ਰਸ ਹਨ, ਮਿੱਠਾ, ਕੌੜਾ, ਨਮਕੀਨ, ਸਲੂਣਾ, ਬਕਬਕਾ। ਤੇ ਕਵਿਤਾ ਦੇ ਜਿਹੜੇ ਰਸ ਹਨ ਉਹ 9 ਰਸ ਹਨ, ਜਿਵੇਂ ਵੀਰ ਰਸ, ਪ੍ਰੇਮ ਰਸ, ਅਦਭੁਤ ਰਸ, ਭਿਅੰਕਰ ਰਸ, ਰੁਦਰ ਰਸ, ਕਰੁਣਾ ਰਸ, ਹਾਸ ਰਸ। ਇਹ ਸਾਰੇ ਕਵਿਤਾ ਦੇ ਰਸ ਹਨ। ਗੁਰਬਾਣੀ ਦੇ ਵਿੱਚ ਇਹ ਸਾਰੇ ਹੀ ਰਸ ਮੌਜੂਦ ਹਨ, ਇਹ ਸਾਰੇ ਹੀ ਰਸ ਮੌਜੂਦ ਹਨ।
ਤੇ ਰਸਾਂ ਦੇ ਸਿਰ ਜਿਹੜਾ ਰਸ ਹੈ ਉਹ ਹੈ ਨਾਮ ਰਸ। ਨਾਮ ਰਸ। ਭਈ ਜਿਹੜੇ ਨਾਮ ਦੇ ਰਸੀਏ ਬਣ ਗਏ ਨਾ, ਉਹਨਾਂ ਨੂੰ ਤਾਂ ਸੱਚ ਪਿਆਰਾ ਲੱਗਦਾ ਹੈ। ਰਵੈ ਸੱਚ ਪਿਆਰੀਆ, ਗੁਰ ਸ਼ਬਦ ਦਿਆ। ਉਹਨਾਂ ਨੂੰ ਗੁਰੂ ਨੇ ਸ਼ਬਦ ਦਿੱਤਾ। ਇਹਨੂੰ ਆਪਾਂ ਮੰਤਰ ਵੀ ਕਹਿ ਦਿੰਦੇ ਹਾਂ। ਮੰਤਰ, ਮੰਤਰ ਤੋਂ ਭਾਵ ਮੰਤਵ, ਮੰਤਵ ਤੋਂ ਭਾਵ ਉਪਦੇਸ਼, ਉਪਦੇਸ਼ ਤੋਂ ਭਾਵ ਸਿਧਾਂਤ, ਸਿਧਾਂਤ ਤੋਂ ਭਾਵ ਸੋਚ, ਸੋਚ ਤੋਂ ਭਾਵ ਫਲਸਫਾ। ਸਤਿਗੁਰੂ ਜੀ ਨੇ ਸਾਨੂੰ ਫਲਸਫਾ ਦਿੱਤਾ ਹੈ, ਸੋਚ ਦਿੱਤੀ ਹੈ, ਸਿਧਾਂਤ ਦਿੱਤਾ ਹੈ, ਕਾਨੂੰਨ ਦਿੱਤਾ ਹੈ, ਉਪਦੇਸ਼ ਦਿੱਤਾ ਹੈ, ਸਭ ਦਿੱਤਾ ਹੈ, ਗਿਆਨ ਦਿੱਤਾ ਹੈ। ਦਾਨ ਵਜੋਂ, ਦਾਨ ਵਜੋਂ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸ਼ਬਦ ਦਾ ਗਿਆਨ ਦੇ ਰਹੇ ਹਨ, ਸਾਡੇ ਤੋਂ ਲੈ ਤਾਂ ਕੁਛ ਨਹੀਂ ਨਾ ਰਹੇ, ਲੈ ਤਾਂ ਕੁਛ ਨਹੀਂ ਨਾ ਰਹੇ। ਉਹ ਤਾਂ ਸਾਡੀ ਮਰਜ਼ੀ ਹੈ, ਆਪਾਂ ਦੇਖ ਕਰਾਈਏ ਨਾ ਕਰਾਈਏ। ਮੈਂ ਤਾਂ ਕਰਾਂਦੇ ਹੀ ਨਹੀਂ। ਰਮਾਲਾ ਚੜਾਈਏ ਜਾਂ ਨਾ ਚੜਾਈਏ, ਮਰਜ਼ੀ ਹੈ। ਉਹ ਵੀ ਰੱਬ ਲਈ ਨਹੀਂ ਹੈ, ਆਪਣੇ ਲਈ ਹੈ। ਸਤਿਗੁਰੂ ਜੀ ਸਾਨੂੰ ਦਾਨ ਦੇ ਰਹੇ ਹਨ ਗਿਆਨ ਦਾ, ਲੈ ਕੁਛ ਵੀ ਨਹੀਂ ਰਹੇ। ਫਰੀ ਹੈ। ਨਾਨਕਾ ਵਿਚਾਰੀਆ, ਗੁਰੂ ਨੇ ਸ਼ਬਦ ਦਾ ਦਾਨ ਦਿੱਤਾ, ਗਿਆਨ ਦਿੱਤਾ ਤੇ ਨਾਲੇ ਦਿੱਤੀ ਵਿਚਾਰ, ਵਿਚਾਰ ਦਿੱਤੀ ਸਾਨੂੰ। ਤੇ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਗਿਆਨ ਦਾ ਥਾਲ ਦਿੱਤਾ ਹੈ ਨਾ ਪਰੋਸ ਕੇ, ਉਹਦੇ ਵਿੱਚ ਵੀ ਇਹੋ ਹੀ ਚੀਜ਼ ਹੈ। ਸਤ ਸੰਤੋਖ ਵਿਚਾਰੋ, ਸਤ ਹੈ, ਸੰਤੋਖ ਹੈ ਤੇ ਵਿਚਾਰ ਹੈ ਨਾ। ਸਾਰੀ ਗੁਰਬਾਣੀ ਵਿਚਾਰ ਧਾਰਾ ਹੈ। ਇਹ ਗੁਰੂ ਸਾਹਿਬ ਜੀ ਦੀ ਵਿਚਾਰ ਧਾਰਾ ਹੈ। ਸਾਨੂੰ ਗੁਰੂ ਜੀ ਨੇ ਵਿਚਾਰ ਧਾਰਾ ਦਿੱਤੀ, ਸਾਨੂੰ ਗੁਰੂ ਜੀ ਨੇ ਸੋਚ ਦਿੱਤੀ, ਸਾਨੂੰ ਗੁਰੂ ਜੀ ਨੇ ਸਿਧਾਂਤ ਦਿੱਤਾ। ਗੁਰੂ ਜੀ ਦੀ ਕਿਰਪਾ ਹੈ। ਸ੍ਰੀ ਧਰ ਰਸਾਲ, ਸ੍ਰੀ ਧਰ ਮੋਹੜੀ ਪੀਰ ਸੰਗ ਸੁਤੀ ਰਾਮ। ਸ੍ਰੀ ਧਰ, ਸ੍ਰੀ ਕੀ ਹੁੰਦਾ ਹੈ? ਇੱਕ ਤਾਂ ਅਸੀਂ ਲਿਖਦੇ ਨਾ ਸ੍ਰੀ ਗੁਰੂ, ਜਾਂ ਕਹਿੰਦੇ ਸ੍ਰੀ ਫਲਾਣਾ ਸਿੰਘ, ਸਤਿਕਾਰ ਸਹਿਤ ਸਨਮਾਨਯੋਗ ਸ਼ਬਦ ਹੈ। ਇੱਕ ਸਾਡੇ ਪਿੰਡ ਵਿੱਚ ਪਹਿਲਾਂ ਬੁੱਢੀ ਹੁੰਦੀ ਸੀ, ਉਹਦਾ ਨਾਂ ਹੁੰਦਾ ਸੀ ਸ੍ਰੀ ਕੌਰ। ਕਿੰਨਾ ਸੋਹਣਾ ਨਾਂ ਸੀ, ਸ੍ਰੀ ਕੌਰ। ਇੱਥੇ ਲਿਖਿਆ ਹੈ ਸ੍ਰੀ ਧਰ। ਸ੍ਰੀ ਕਹਿੰਦੇ ਹਨ ਲక్ష్ਮੀ, ਮਾਇਆ, ਕਮਲਾ। ਇਹ ਸਾਰੇ ਇੱਕੋ ਹੀ ਲੇਡੀਜ਼ ਦੇ ਨਾਂ ਹਨ, ਲక్ష్ਮੀ, ਮਾਇਆ, ਕਮਲਾ। ਇਹ ਸਾਰੇ ਮਾਇਆ ਦੇ ਨਾਮ ਹਨ। ਗੁਰਬਾਣੀ ਦੇ ਵਿੱਚ ਮਾਇਆ ਨੂੰ ਲక్ష్ਮੀ ਵੀ ਲਿਖਿਆ ਹੈ ਤੇ ਕਮਲਾ ਵੀ ਲਿਖਿਆ। ਇੱਥੇ ਸ੍ਰੀ ਲਿਖਿਆ ਹੋਇਆ ਹੈ, ਸ੍ਰੀ। ਅੱਗੇ ਲਿਖਿਆ ਧਰ।
ਸਿੱਧੇ ਲਫ਼ਜ਼ਾਂ ਵਿੱਚ ਆਪਾਂ ਕਹਿ ਦਈਏ ਬਈ ਮਾਇਆ ਦਾ ਜਿਹੜਾ ਪਤੀ ਹੈ, ਕਮਲਾ ਦਾ ਜਿਹੜਾ ਪਤੀ ਹੈ, ਲక్ష్ਮੀ ਦਾ ਜਿਹੜਾ ਪਤੀ ਹੈ, ਉਹ ਕੌਣ ਹੈ? परमात्मा। परमात्मा है, वो कौन है? इस सारी माया दा पति, माया दा मालक परमात्मा। उसका छोटा जिहा नाम गुरु जी ने लिख दिता सिरीधर। सिरीधर मोहड़ी पीर संग सुती राम। भाई ਜਿਹੜੀ ਜੀਵ ਇਸਤਰੀ परमात्मा ਦੇ ਮੋਹ ਦੇ ਵਿੱਚ ਮੋਹੀ ਗਈ ਹੈ, ਉਹ ਤਾਂ ਹਮੇਸ਼ਾ ਹੀ ਆਪਣੇ ਪੀਰ ਨਾਲ, ਆਪਣੇ ਪਤੀ ਨਾਲ, परमात्मा ਦੇ ਨਾਲ ਸੁੱਤੀ ਰਹਿੰਦੀ ਹੈ। ਭਾਵ ਕਿ ਇਕੱਠੀ ਰਹਿੰਦੇ ਆ। ਇੱਕੋ ਸੇਜ ਵਿਸ਼ੀ ਧਨ ਕੰਤਾ, ਧਨ ਸੁੱਤੀ ਫਿਰ ਸਦ ਜਗੰਤਾ। ਇੱਕੋ ਹੀ ਸੇਜ ਤੇ ਰਹਿੰਦੇ ਹਨ। ਉਸੇ ਹੀ ਹਿਰਦੇ ਵਿੱਚ ਪਰਮਾਤਮਾ, ਉਸੇ ਹੀ ਹਿਰਦੇ ਵਿੱਚ ਆਤਮਾ, ਦੋਵੇਂ ਇਕੱਠੇ ਹਨ, ਦੋਵੇਂ ਹੀ ਇੱਕ ਬੈੱਡ ਤੇ ਹਨ। ਉਸੇ ਬੈੱਡ ਤੇ ਪਰਮਾਤਮਾ, ਉਸੇ ਬੈੱਡ ਤੇ ਆਤਮਾ। ਬਸ गुर कै भाए चलो साच संगुती राम। भाई गुरु दे भाणे विच चलो। ये गल जीव इस्त्री कह रही है। भाई गुरु दे भाणे विच चलो, गुरु दे हुक्म दे विच चलो, क्योंकि गुरु दे हुक्म दे विच चलण दे नाल सच दे नाल जुड़िया जा सकता। साच संगुती राम, सच विच जुड़ी हुई। धन साच संगुती, हर हर संग सूती। भाई जिहड़ी जीव इस्त्री सच दे नाल जुड़ी हुई है, वो तो परमात्मा दे नाल भी हमेशा है, परमात्मा दे नाल भी हमेशा है। ते नाल ही संग सखी सहेलियां, ओहदे नाल ही ओहदियां सखियां, ओहदे नाल ही सहेलियां। एक ही गल बनी भला। भाई जिथे गुरमुख है, गुरु है, उत्थे ही साध संगत है, उत्थे ही माई भाई है। सारे ही कोई संगत में बैठे हैं, गुरु की गोद में बैठे हैं। एक भाए एक मन नाम वसिया। एक दे नाल ही प्रेम, एक दे नाल ही प्यार, एक दा ही नाम मन विच वसिया हुआ। सतगुरु हम मिलिया, सानू सतगुरु जी ने परमात्मा दे नाल मिल लिया। गुरु जी कृपा। दिन रैण घड़ी ना चसा विसरै, सास सास निरंजनो। हुण ना दिन ते ना रात, ना घड़ी, ना मिनट, ना सकिंट, कदे भी परमात्मा नहीं भुलदा। हर एक श्वास दे नाल परमात्मा हमेशा ही चित्ते रहंदा, याद रहंदा। शब्द जोत जगाए दीपक, नानका भव भंजन। वो जिहड़ा डरां नूं खत्म करन वाला परमात्मा है ना, डरां नूं खत्म करने वाला, भंजन करने वाला परमात्मा जिहड़ा है, उसने गुरु दे शब्द दी जोत हिरदे विच जगा दिती ते हिरदा जगमग जगमग करन लग पिया। भले वो गुर ज्ञान अंधेरा बिनसिया। गुरु दे ज्ञान दा दीवा बलिया, हनेरा खत्म हो गया।
ਹਰ ਰਤਨ ਪਦਾਰਥ ਲਾਦਾ। ਜਦੋਂ ਗੁਰੂ ਦੇ ਗਿਆਨ ਦਾ ਦੀਵਾ ਬਲਿਆ, ਜਿਹੜਾ ਹਰ ਨਾਮ ਪਦਾਰਥ ਸੀ, ਜਿਹੜਾ ਲੱਭ ਨਹੀਂ ਸੀ ਰਿਹਾ, ਆਪਣੇ ਹਿਰਦੇ ਦੇ ਵਿੱਚੋਂ ਹੀ ਲੱਭ ਗਿਆ। ਪਹਿਲਾਂ ਲਾਈਟ ਗਈ ਹੋਈ ਸੀ, ਹਨੇਰੇ ਵਿੱਚ ਪਈ ਚੀਜ਼ ਕੋਈ ਨਜ਼ਰ ਹੀ ਨਹੀਂ ਆ ਰਹੀ। ਹੁਣ ਲਾਈਟ ਆ ਗਈ ਹੈ, ਚਾਨਣਾ ਹੋ ਗਿਆ ਹੈ, ਤੇ ਚਾਨਣ ਦੇ ਵਿੱਚ ਰੱਖੀਆਂ ਹੋਈਆਂ ਸਾਰੀਆਂ ਚੀਜ਼ਾਂ ਦਿਸ ਰਹੀਆਂ, ਸਾਰੀਆਂ ਚੀਜ਼ਾਂ ਦਾ ਬਸ ਗੁਰੂ ਦਾ ਜਿਹੜਾ ਗਿਆਨ ਹੈ ਇਸੇ ਪ੍ਰਕਾਸ਼ ਰੂਪ ਹੈ। ਪ੍ਰਕਾਸ਼ ਰੂਪ ਹੈ। ਹਜ਼ਾਰਾਂ ਲੱਖਾਂ ਚੰਦਰਮਾ ਚੜ ਜਾਣ, ਸੂਰਜ ਚੜ ਜਾਣ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।